वाहिगुरू जी का खालसा वाहिगुरू जी की फतेह। रड़कदे बोल प्रोग्राम विच तुहाडा सब दा स्वागत है। सियाणे आखदे ने कि विचार रड़कोगे तां सिद्धांत निकल आउंदे ने, जिन्हां सिद्धांतां दे चल के असीं अपने समेत मनुखता दा भविख सुवार सकदे हां। सतिंदर सिंह सरताज दे गाए जफरनामे ने बिना शक सिख पंथ दी मानसिकता नूं झंझोड़ के रख दिता है ते यह गल साबित करन 'च भी कामयाब होया है कि तकड़े दा सत्ती भी 100 ही हुंदा है। ज्यों ही जुझार टाइम्स ने मिति 3 मई 2020 ਨੂੰ ਵੀਰ ਗੁਰਬਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪੱਖ ਸਿੱਖ ਪੰਥ ਦੀ ਕਚਹਿਰੀ 'ਚ ਰੱਖਿਆ ਕਿ ਸਰਤਾਜ ਦੇ ਫਿਲਮਾ ਕੇ ਗਾਏ ਜ਼ਫਰਨਾਮਾ 'ਚ ਬਹੁਤ ਸਾਰੇ ਸ਼ਬਦ ਮੂਲ ਦਸਮ ਗ੍ਰੰਥ ਸਾਹਿਬ 'ਚ ਦਰਜ ਜ਼ਫਰਨਾਮਾ ਦੇ ਨਾਲ ਮੇਲ ਨਹੀਂ ਖਾਂਦੇ, ਭਾਵ 10ਵੇਂ ਪਾਤਸ਼ਾਹ ਦੀ ਬਾਣੀ ਨੂੰ ਵਿਗਾੜ ਕੇ ਪੇਸ਼ ਕਰ ਦਿੱਤਾ ਗਿਆ ਹੈ। ਤਾਂ ਜਲਦੀ ਹੀ ਇਸ ਮਹਿੰਗੀ ਬਾਣੀ ਸੰਬੰਧੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵੱਲੋਂ ਆਏ ਫੈਸਲੇ ਨੇ ਕਈ ਸਵਾਲ ਖੜੇ ਕਰ ਦਿੱਤੇ। ਪਹਿਲਾ कि यह दसम बाणी नाल संबंधित मसला पंज सिंह साहिबाना वालों क्यों नहीं विचारिया गया। दूसरा, दूसरे तख्तां ते प्रकाश हुंदे मूल दसम ग्रंथ साहिब च दर्ज जफरनामा नाल सरताज दे गाए जफरनामा नूं क्यों नहीं घोखिया गया। तीसरा, जिहड़ा व्यक्ति फारसी चंगी तरह जानदा भी नहीं उस तो 2 दिनां च क्लीन चिट दी वीडियो किवें पवा दित्ती गई। ਇੱਥੇ ਧਿਆਨ ਦੇਣ ਜੋ ਹੈ ਕਿ ਜਦੋਂ ਵੀ ਕੋਈ ਮਸਲਾ ਕਿਸੇ ਅਦਾਲਤ ਵੱਲੋਂ ਕਿਸੇ ਨੂੰ ਘੋਖਣ ਲਈ ਦਿੱਤਾ ਜਾਂਦਾ ਹੈ ਤਾਂ ਉਹ ਆਪਣੀ ਰਿਪੋਰਟ ਅਦਾਲਤ ਨੂੰ ਦਿੰਦਾ ਹੈ, ਨਾ ਕਿ ਉਸ ਰਿਪੋਰਟ ਨੂੰ ਖੁਦ ਹੀ ਜਨਤਕ ਕਰ ਦਿੰਦਾ ਹੈ। ਇਸ ਮਸਲੇ ਤੇ ਡਾਕਟਰ ਉਦੋਕੇ ਦਾ ਖੁਦ ਵੀਡੀਓ ਜਨਤਕ ਕਰਨਾ ਤੇ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਦੇ ਮੁਖੀ ਦਾ ਬਾਅਦ ਵਿੱਚ ਬਿਆਨ ਦੇਣਾ ਸਭ ਕੁਝ ਕਿਸੇ ਮਿਲੀ ਭੁਗਤ ਦਾ ਨਤੀਜਾ ਜਾਪਦਾ ਹੈ। ਹੁਣ ਅਸੀਂ ਸਿੱਖ ਪੰਥ ਦੀ ਕਚਹਿਰੀ 'ਚ 2 ਜ਼ਫਰਨਾਮਾ ਸਾਹਿਬ ਰੱਖਦੇ ਹਾਂ। ਪਹਿਲਾ, ਜਿਹੜਾ ਤਖਤ ਸਾਹਿਬ ਸਮੇਤ ਸਮੁੱਚੀਆਂ ਦਸਮ ਬਾਣੀ ਨੂੰ ਮੰਨਣ ਵਾਲੀਆਂ ਸੰਸਥਾਵਾਂ ਪੜ੍ਹਦੀਆਂ ਹਨ, ਤੇ ਦੂਸਰਾ ਜਿਸ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਕਲੀਨ ਚਿੱਟ ਦੇ ਕੇ ਤਖਤ ਸਾਹਿਬਾਨਾਂ ਤੇ ਪ੍ਰਕਾਸ਼ ਹੁੰਦੇ ਦਸਮ ਗ੍ਰੰਥ ਦੇ ਮੁਕਾਬਲੇ ਮਾਨਤਾ ਦੇ ਕੇ ਸਿੱਖ ਪੰਥ ਅੰਦਰ ਇਹ ਵਿਵਾਦ ਸ਼ੁਰੂ ਕਰਵਾ ਦਿੱਤਾ ਹੈ ਕਿ ਸਿੱਖ ਪੰਥ ਕਿਸ ਦਸਮ ਬਾਣੀ ਨੂੰ ਮੰਨੇ, ਜਾਣੀ ਕਿ ਸਤਿੰਦਰ ਸਿੰਘ ਸਰਤਾਜ ਦਾ ਗਾਇਆ ਹੋਇਆ ਜ਼ਫਰਨਾਮਾ। ਹੁਣ ਇਹ ਤੁਸੀਂ 2 ਜ਼ਫਰਨਾਮਾ ਸਾਹਿਬ ਵੇਖ ਰਹੇ ਹੋ। ਹੁਣ ਜੋ ਲਾਲ ਅੱਖਰ ਬਲਿੰਕ ਕਰ ਰਹੇ ਹਨ ਉਹ ਮੂਲ ਦਸਮ ਗ੍ਰੰਥ ਸਾਹਿਬ ਦੀ ਬਾਣੀ ਨਾਲ ਮੇਲ ਹੀ ਨਹੀਂ ਖਾਂਦੇ। ਇਹ ਸੈਂਕੜੇ ਗਲਤੀਆਂ ਨੇ ਜਿਹੜੀਆਂ ਕਿ ਸਾਡੇ ਸਾਹਮਣੇ ਹਨ। ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈ ਕਿ ਖਰੜੇ ਗਾਉਣ ਦੀ ਕੋਈ ਤੁਕ ਹੀ ਨਹੀਂ ਬਣਦੀ, ਕਿਉਂਕਿ ਖਰੜੇ ਕਿਸੇ ਸਿਧਾਂਤ ਨੂੰ ਇੱਕ ਚੰਗੀ ਰੂਪ ਰੇਖਾ ਦੇਣ ਲਈ ਮੰਗੇ ਜਾਂਦੇ ਹਨ ਤੇ ਜਦੋਂ ਕੋਈ ਇੱਕ ਤੇ ਬਹੁਮਤ ਸਹਿਮਤੀ ਬਣ ਜਾਵੇ ਉਸ ਖਰੜੇ ਨੂੰ ਸੁਧਾਈ ਕਰਕੇ ਪ੍ਰਵਾਨ ਕਰ ਲਿਆ ਜਾਂਦਾ ਹੈ ਤੇ ਬਾਕੀ ਖਰੜੇ ਇਤਿਹਾਸ ਵਜੋਂ ਸਾਂਭ ਕੇ ਰੱਖ ਲਏ। ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਣ। ਫੇਸਬੁੱਕ ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ ਜਾਂਦੇ ਹਨ ਤਾਂ ਕਿ ਜੇਕਰ ਕਦੀ ਦੁਬਿਧਾ ਭਵਿੱਖ 'ਚ ਪਵੇ ਤਾਂ ਮੁੜ ਖਰੜੇ ਵਾਚ ਲੈ ਜਾਣ। ਪਰ ਕਿਸੇ ਖਰੜੇ ਨੂੰ ਪਹਿਲਾਂ ਪ੍ਰਵਾਨ ਕੀਤੇ ਖਰੜੇ ਦੇ ਮੁਕਾਬਲੇ ਮਾਨਤਾ ਕਦੀ ਵੀ ਨਹੀਂ ਦਿੱਤੀ ਜਾਂਦੀ। ਪਰ ਇੱਥੇ ਸਾਡੇ ਵੱਡੇ ਗਿਆਨੀ ਜੀ ਨੇ ਖੁਦ ਸਰਤਾਜ ਦੇ ਗਾਏ ਇਸ ਖਰੜੇ ਨੂੰ ਪ੍ਰਵਾਨਗੀ ਦੇ ਕੇ ਸਿੱਖ ਪੰਥ ਨੂੰ ਬਲਦੀ ਦੇ ਬੂਥੇ ਤੱਕ ਦਿੱਤਾ ਹੈ। ਕਈਆਂ ਦਾ ਕਹਿਣਾ ਹੈ ਕਿ ਸਰਤਾਜ ਨੇ ਵਧੀਆ ਗਾਇਆ ਹੈ, ਸਾਨੂੰ ਉਸ ਦੇ ਗਾਉਣ ਤੇ ਕੋਈ ਇਤਰਾਜ਼ ਨਹੀਂ, ਪਰ ਜਜ਼ਬਾਤਾਂ ਦੇ ਬਹਿਣ 'ਚ ਅਸੀਂ ਬਾਣੀ ਦੇ ਟੁੱਟੇ ਅੰਗ ਕਿੱਦਾਂ ਬਰਦਾਸ਼ਤ ਕਰੀਏ। ਪਹਿਲਾਂ ਅਸੀਂ ਤੁਹਾਨੂੰ ਵਿਖਾ ਚੁੱਕੇ ਹਾਂ ਕਿ ਕਿਵੇਂ ਗੁਰਬਾਣੀ ਗਲਤ ਲਿਖ ਕੇ ਮੂਲ ਬਾਣੀ ਨਾਲ ਸਤਿੰਦਰ ਸਿੰਘ ਸਰਤਾਜ ਵੱਲੋਂ ਛੇੜਛਾੜ ਕੀਤੀ ਗਈ। ਕਈ ਵਿਦਵਾਨਾਂ ਨੇ ਤਾਂ ਸਰਤਾਜ ਵੱਲੋਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਮਝ ਕੇ ਇਸ ਵੀਡੀਓ ਅੰਦਰ ਐਕਟਿੰਗ ਕਰਨ ਤੇ ਵੀ ਉਂਗਲ ਉਠਾਈ ਹੈ। ਹੁਣ ਜੇ ਇੱਥੇ ਦਸਮ ਬਾਣੀ ਨਾਲ ਛੇੜਛਾੜ ਕਰਨ ਤੋਂ ਬਾਅਦ ਵੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵੱਲੋਂ ਸਤਿੰਦਰ ਸਿੰਘ ਸਰਤਾਜ ਸਹੀ ਹੈ ਤਾਂ ਫਿਰ ਸੌਦਾ ਸਾਧ ਵੀ ਸਹੀ ਸੀ। ਪਿਆਰਾ ਭਨਿਆਰੇ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਾਣੀ ਲਿਖੀ ਸੀ, ਫਿਰ ਉਹ ਵੀ ਸਹੀ ਸੀ। ਫਿਰ ਜੋ ਰਾਧਾ ਸੁਆਮੀ ਦੱਖਣੀ ਓਂਕਾਰ ਬਾਣੀ ਵਿੱਚੋਂ 5 ਨਾਮ ਕੱਢ ਕੇ ਓੰਕਾਰ, ਰਾਰੰਕਾਰ, ਸੋਹੰਗ, ਸਤਨਾਮ, ਜੋਤ ਨਿਰੰਜਨ ਆਪਣੇ ਪੈਰੋਕਾਰਾਂ ਨੂੰ ਦਿੰਦੇ ਹਨ, ਉਹ ਵੀ ਸਹੀ ਹਨ। ਫਿਰ ਆਸ਼ੂਤੋਸ਼ ਵੀ ਸਹੀ ਹੈ, ਫਿਰ ਬਰਗਾੜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਵੀ ਸਹੀ ਹਨ। ਸੋ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਨੂੰ ਸਹਿਜਤਾ ਨਾਲ ਸੋਚਣਾ ਪਵੇਗਾ। ਅਸੀਂ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਨੂੰ ਦੁਨਿਆਵੀ ਅਦਾਲਤਾਂ ਵਿੱਚ ਨਹੀਂ ਘੜੀਸਣਾ ਚਾਹੁੰਦੇ, ਕਿਉਂਕਿ ਬਤੌਰ ਸਿੱਖ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਤੇ ਸਰਵੋਤਮ ਮੰਨਦੇ ਹਾਂ। ਜੇ ਸਕੱਤਰੇਤ ਨੇ ਕੋਈ ਹੱਲ ਨਾ ਕੀਤਾ ਤਾਂ ਮਜਬੂਰੀ ਵਸ ਇਹ ਵੀ ਕਰਨਾ ਪੈ ਸਕਦਾ ਹੈ, ਜਿਸ ਦੀ ਸਿੱਧੋ ਸਿੱਧੀ ਜ਼ਿੰਮੇਵਾਰੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਹੋਵੇਗੀ। ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਅਸੀਂ ਇੰਟਰਵਿਊ ਦੇਣ ਲਈ ਇਸ ਮੁੱਦੇ ਤੇ ਕਿਹਾ ਸੀ,
ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਮਿਤੀ 21 ਮਈ 2020 ਨੂੰ ਅਸੀਂ 10:50 ਤੇ ਸਵੇਰੇ ਇੱਕ SMS ਪਾਇਆ ਸੀ, ਜਿਸ ਵਿੱਚ ਸਾਫ਼ ਲਿਖਿਆ ਸੀ ਕਿ ਅਸੀਂ ਸਰਤਾਜ ਨੂੰ ਦਿੱਤੀ ਕਲੀਨ ਚਿੱਟ ਦੇ ਮੁੱਦੇ ਤੇ ਤੁਹਾਡੇ ਨਾਲ ਇੰਟਰਵਿਊ ਕਰਨਾ ਚਾਹੁੰਦੇ ਹਾਂ, ਕਦੋਂ ਸਮਾਂ ਦੇ ਸਕਦੇ ਹੋ। ਜੋ ਗਿਆਨੀ ਜੀ ਨੇ 11:22 ਤੇ ਉਸੇ ਦਿਨ ਦੇਖ ਵੀ ਲਿਆ ਸੀ, ਪਰ ਅੱਜ ਤੱਕ ਕੋਈ ਉੱਤਰ ਨਹੀਂ ਆਇਆ। ਇਸੇ ਕਰਕੇ ਅੱਜ ਸਿੱਖ ਪੰਥ ਦੇ ਅੱਗੇ ਸਾਨੂੰ ਮਜਬੂਰਨ ਆਉਣਾ ਪਿਆ। ਪਿਛਲੇ ਰੜਕ ਦੇ ਬੋਲਾਂ 'ਚ ਅਸੀਂ ਦਸਮ ਗ੍ਰੰਥ ਸਾਹਿਬ ਦੇ ਜ਼ਫਰਨਾਮਾ ਸਾਹਿਬ ਵਾਲੇ ਅੰਗ ਵੀ ਵਿਖਾਏ ਸੀ ਤੇ ਵੀਰ ਸਤਿੰਦਰ ਸਿੰਘ ਸਰਤਾਜ ਨੂੰ ਬੇਨਤੀ ਵੀ ਕੀਤੀ ਸੀ ਕਿ ਖੁਦ ਹੀ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਮੁਤਾਬਕ ਗੁਰਬਾਣੀ ਦੀ ਸੋਧ ਵੀ ਕਰ ਲਵੇ ਤੇ ਸੁਧਾਈ ਵਾਲੇ ਜ਼ਫਰਨਾਮਾ ਨੂੰ ਮੁੜ ਗਾ ਵੀ ਦੇਵੇ। ਪਰ ਕੋਈ ਹੁੰਗਾਰਾ ਨਾ ਆਉਣ ਕਰਕੇ ਸਾਨੂੰ ਸ਼ੱਕ ਪੈਦਾ ਹੋ ਰਹੀ ਹੈ ਕਿ ਕਿਤੇ 1986 ਤੋਂ 1995 ਦੇ ਸਮੇਂ ਵੀ ਗੰਧਲੇ ਕਲਚਰ ਦੀ ਹੋਂਦ ਪੰਜਾਬ ਅੰਦਰ ਸਿੱਖ ਵਿਰੋਧੀ ਤਾਕਤਾਂ ਨੇ ਲਿਆਂਦੀ ਸੀ। ਜਦੋਂ ਖਾੜਕੂ ਵੱਧ ਜ਼ੋਰਾਂ ਤੇ ਸੀ, ਉਦੋਂ ਵੀ ਗਾਉਣ ਵਾਲਿਆਂ ਦਾ ਕਲਚਰ ਪੈਦਾ ਕਰਕੇ ਗੁਰੂ ਘਰਾਂ ਦੇ ਸਪੀਕਰਾਂ 'ਚ ਗਾਉਣ ਸ਼ੁਰੂ ਕੀਤੇ ਗਏ ਸਨ ਤਾਂ ਕਿ ਸਾਡਾ ਸਿੱਖ ਸੱਭਿਆਚਾਰ ਹੀ ਵਿਗਾੜ ਦਿੱਤਾ ਜਾਵੇ। ਉਹੀ ਕੁਝ ਹੁਣ ਸ਼ੁਰੂ ਕੀਤਾ ਜਾ ਰਿਹਾ ਹੈ। ਕੁਝ ਕਲਾਕਾਰਾਂ ਤੋਂ ਗਵਾ ਕੇ ਧਰਮ ਤੇ ਸਿੱਧੇ ਹਮਲੇ ਕੀਤੇ ਜਾ ਰਹੇ ਹਨ। 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਕੀਰਤਨੀਏ ਕੋਲੋਂ ਸ਼ਬਦ ਨਾ ਗਵਾ ਕੇ ਇੱਕ ਕਲਾਕਾਰ ਤੋਂ ਸ਼ਬਦ ਗਵਾਇਆ ਗਿਆ ਤੇ ਪ੍ਰਮੋਟ ਵੀ ਕੀਤਾ ਗਿਆ। ਉਹੀ ਕੁਝ ਹੁਣ ਹੋ ਰਿਹਾ ਹੈ। ਸਾਨੂੰ ਇਸ ਸਭ ਦੀ ਸ਼ੱਕ ਤਾਂ ਹੈ ਕਿ ਕਾਹਲੀ ਨਾਲ ਕਲੀਨ ਚਿੱਟ ਕਿਵੇਂ। ਜੁਝਾਰ ਟਾਈਮ ਸੱਚੇ ਦਿਲੋਂ ਅਰਦਾਸ ਕਰਦਾ ਹੈ ਕਿ ਸਾਡੀ ਇਹ ਸ਼ੱਕ ਹੀ ਹੋਵੇ। ਵੀਰ ਸਤਿੰਦਰ ਸਿੰਘ ਸਰਤਾਜ ਮੁੜ ਜ਼ਫਰਨਾਮਾ ਗਾ ਕੇ ਸਿੱਖ ਪੰਥ ਦੇ ਖੁਸ਼ੇ ਲੁੱਟੇ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵੀ ਕਰੇ। ਸਾਨੂੰ ਜਿਨ੍ਹਾਂ ਜਥੇਬੰਦੀਆਂ ਦੇ ਅਤੇ ਪੰਥ ਦਰਦੀਆਂ ਦੇ ਫੋਨ ਆ ਰਹੇ ਨੇ, ਅਸੀਂ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ। ਨਾਲ ਹੀ ਅਪੀਲ ਕਰਦੇ ਹਾਂ ਕਿ ਲੋਕਡਾਊਨ ਖੁੱਲ੍ਹਦੇ ਹੀ ਵੱਡੀ ਵਿਉਂਤਬੰਦੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖੜੇ ਕੀਤੇ ਇਸ ਵਿਵਾਦ ਨੂੰ ਠੱਲਣ ਲਈ ਸਖਤ ਕਦਮ ਵੀ ਸਾਂਝੇ ਚੁੱਕਾਂਗੇ। ਜਿਹੜੇ ਵੀਰ ਇਹ ਸੋਚਦੇ ਨੇ ਕਿ ਅਸੀਂ 2 ਐਪੀਸੋਡ ਬਣਾ ਕੇ ਚੁੱਪ ਕਰ ਜਾਵਾਂਗੇ, ਉਹ ਗਲਤ ਸੋਚਦੇ ਨੇ। ਜੇ ਅਸੀਂ ਮੁੱਦਾ ਚੁੱਕਣਾ ਜਾਣਦੇ ਹਾਂ ਤਾਂ ਉਸ ਨੂੰ ਸਿਰੇ ਲਾਉਣਾ ਵੀ ਜਾਣਦੇ ਹਾਂ, ਚਾਹੇ ਲੜਾਈ ਜਿੰਨੀ ਮਰਜ਼ੀ ਲੰਬੀ ਹੋ ਜਾਵੇ। ਜੁਝਾਰ ਟਾਈਮਜ਼ ਦਾ ਵਿਰੋਧ ਕਰਨ ਵਾਲੀਆਂ ਰੂਹਾਂ ਨੂੰ ਬੇਨਤੀ ਹੈ ਕਿ ਸਾਡੇ ਇਹਨਾਂ ਰੜਕ ਦੇ ਬੋਲਾਂ ਨੂੰ ਵਿਚਾਰ ਦੀ ਐਨਕ ਨਾਲ ਵੇਖਿਆ ਜਾਵੇ, ਨਾ ਕਿ ਵਿਰੋਧੀ ਐਨਕ ਨਾਲ। ਫਿਰ ਵੀ ਤੁਮ ਮੁਝੇ ਅਸੀਰ ਕਰੋ ਜਾਂ ਮੇਰੀ ਜ਼ੁਬਾਨ ਕਾਟੋ, मेरे ख्यालों को बेड़ी पहना नहीं सकते, मेरे ख्यालों को बेड़ी पहना नहीं सकते। वाहिगुरू जी का खालसा, वाहिगुरू जी की फतेह।